नमस्कार सत श्री अकाल साਰਿਆਂ ਨੂੰ ਸਾਥੀਓ। ਅੱਜ ਆਪਾਂ ਵਿਅੰਜਨ ਦਾ ਅਗਲਾ ਭਾਗ ਕਰਦੇ ਹਾਂ। ਆਪਾਂ ਸ਼ੁਰੂ ਕਰਕੇ ਸਾਥੀਓ ਵਿਅੰਜਨ ਦੇ ਵਿੱਚ ਆਪਾਂ ਕੁਝ ਬੇਸਿਕ ਜਿਹੜੀਆਂ ਨਵੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਸੀ ਕਿ ਵਿਅੰਜਨ ਕੀ ਹੁੰਦੇ ਆ ਤੇ ਕੁਝ ਆਪਾਂ ਵਿਅੰਜਨ ਦਾ ਵਰਗੀਕਰਨ ਕੀਤਾ ਸੀਗਾ, ਜਿਵੇਂ ਕਿ ਕਿਸ ਨੂੰ ਕਿਸ ਟੋਲੀ ਦੇ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਆਪਾਂ ਸ਼ੁਰੂ ਕੀਤੀ ਸੀ ਵੀ ਮੁੱਖ ਟੋਲੀ ਹੁੰਦੀ ਹੈ, ਚੈ ਟੋਲੀ, ਟੈ ਟੋਲੀ ਜਾਂ ਨਵੀਨ ਜਾਂ ਅੰਤਮ। ਉਹ ਇੱਕ ਬੇਸਿਕ ਜੀ ਚੀਜ਼ ਹੈਗੀ ਹੈ ਜਿਹੜੀ ਆਪਾਂ ਨੂੰ ਪ੍ਰਸ਼ਨ ਦੇ ਵਿੱਚ ਪੁੱਛਿਆ ਜਾਂਦਾ ਹੈ, ਜਿਵੇਂ ਕਿ ਵੀ ਹਾਂ ਵੀ ਆਹ ਟੋਲੀ ਦੀ ਵਰਗਵੰਡ ਕਿਹੜੀ ਹੈਗੀ ਹੈ, ਜਿਹੜੀ ਕਿ ਤੁਸੀਂ ਦੱਸ ਸਕਦੇ ਹੋ। ਜਦੋਂ ਵੀ ਆਪਾਂ ਵਰਨ ਵਿਚਾਰ ਕਰਦੇ ਹੈਗੇ ਆ ਤਾਂ ਆਪਾਂ ਉਹਦੇ ਵਿੱਚ ਸਵਰ ਤੇ ਵਿਅੰਜਨ ਦੋ ਭਾਗ ਰੱਖਦੇ ਹੈਗੇ ਆ। ਸਵਰਾਂ ਦੇ ਵਿੱਚ ਆਪਾਂ ਪਹਿਲਾਂ ਗੱਲਬਾਤ ਕਰ ਚੁੱਕੇ ਹੈਗੇ ਆ, ਸਵਰਾਂ ਦੇ ਬਾਰੇ ਪੜ੍ਹ ਚੁੱਕੇ ਆ ਕਿ ਵੀ ਸਵਰਾਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਹੈਗਾ। ਉਹ ਸਵਰ ਆਪਣੇ ਲਗਭਗ ਪੂਰੇ ਹੋ ਗਏ ਸੀ। ਹੁਣ ਆਪਣੇ ਚੱਲ ਰਹੇ ਵਿਅੰਜਨਾਂ ਦੇ ਵਿੱਚ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਜੋ ਬੇਸਿਕ ਜਿਹੀਆਂ ਗੱਲਾਂ ਹੈਗੀਆਂ ਜਿਹੜੀਆਂ ਮੇਰੇ ਤੋਂ ਬਾਰ-ਬਾਰ ਪੁੱਛੀਆਂ ਜਾ ਰਹੀਆਂ ਸਾਥੀਆਂ ਤੋਂ। ਸਾਥੀ ਜਿਹੜੇ ਪੁੱਛ ਰਹੇ ਹੈਗੇ ਆ ਕੋਈ ਮੈਸੇਜ ਕਰਕੇ ਜਾਂ ਕਾਲ ਕਰਕੇ, ਮੈਂ ਉਹਨਾਂ ਦੇ ਉੱਤਰ ਦੇ ਦਿਆਂ ਪਹਿਲਾਂ। ਪਹਿਲੀ ਜੋ ਸਾਥੀ ਜੋ ਗੱਲ ਸਭ ਤੋਂ ਬਾਰ-ਬਾਰ ਪੁੱਛੀ ਜਾ ਰਹੀ ਹੈਗੀ ਆ, ਉਹ ਇਹ ਗੱਲ ਪੁੱਛੀ ਜਾ ਰਹੀ ਕਿ ਸਰ ਕਿਤਾਬ ਕਿਹੜੀ ਪੜ੍ਹੀ ਹੈ, ਵੀ ਇਹ ਤੋਂ ਇਲਾਵਾ ਕਿਤਾਬ ਕਿਹੜੀ ਪੜ੍ਹੀ ਸੀ, ਹੋਰ ਜੇ ਕੋਈ ਅਭਿਆਸ ਕਰਨਾ ਚਾਹੀਏ ਤਾਂ ਮੈਂ ਤੁਹਾਨੂੰ ਦੱਸੂੰਗਾ ਸਾਥੀਓ। ਮਾਰਕੀਟ ਦੇ ਵਿੱਚ ਫਿਲਹਾਲ ਤਿੰਨ ਕਿਤਾਬਾਂ ਚੱਲ ਰਹੀਆਂ ਹੈਗੀਆਂ। ਇੱਕ ਯੂਨਿਕ ਚੱਲ ਰਹੀ ਹੈਗੀ ਹੈ, ਇੱਕ ਧੀਰਜ ਚੱਲ ਰਹੀ ਹੈਗੀ ਹੈ, ਇੱਕ ਰਾਜਿੰਦਰ ਕੌਰ ਦੀ ਵਾਲੀ ਚੱਲ ਰਹੀ ਹੈ। ਹੋਰ ਵੀ ਹੋ ਸਕਦੀ ਇੱਕ ਅੱਧੀ ਮੇਰੀ ਜਾਣਕਾਰੀ 'ਚ ਨਾ ਹੋਵੇ। ਤੁਸੀਂ ਕੋਈ ਵੀ ਇੱਕ ਕਿਤਾਬ ਲੈ ਕੇ ਉਹ 'ਚੋਂ ਅਭਿਆਸ ਕਰ ਸਕਦੇ ਹੋ, ਕੋਈ ਵੱਡੀ ਗੱਲ ਨਹੀਂ। ਤੇ ਦੂਜਾ ਜੋ ਕੁਐਸਚਨ ਪੁੱਛਿਆ ਜਾ ਰਿਹਾ ਕਿ ਸਰ ਵੀ ਤੁਸੀਂ ਜੋ ਕਰਵਾ ਰਹੇ ਹੋ ਇਹ ਪੂਰਾ ਸਿਲੇਬਸ ਹੋਊਗਾ ਜਾਂ ਵੀ ਮਤਲਬ ਤੁਹਾਡੇ ਰੈਗੂਲਰ ਕਲਾਸਿਸ ਤੇ ਇਹ 'ਚ ਆਨਲਾਈਨ 'ਚ ਕੋਈ ਅੰਤਰ ਹੈ। ਤਾਂ ਮੈਂ ਸੱਚੀ ਕਹਿ ਰਿਹਾ ਕਿ ਜਿਹੜੀ ਇਹ ਜੋ ਮੇਰੀ ਜਿਹੜੀ ਸੇਵਾ ਚੱਲ ਰਹੀ ਹੈਗੀ ਹੈ ਇਹ ਲੋਕਡਾਊਨ ਨੂੰ ਦੇਖਦੇ ਹੋਏ ਨਿਸ਼ੁਲਕ ਨਿਸਵਾਰਥ ਹੈ ਤੇ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਇਹ ਅੰਤਰ ਨਹੀਂਗਾ ਕਿ ਮੈਂ ਉੱਧਰ ਕੁਛ ਅਲੱਗ ਹੈ ਤੇ ਇੱਧਰ ਕੁਛ ਅਲੱਗ ਹੈ। ਬਿਲਕੁਲ ਜੋ ਉੱਥੇ ਹੈ ਉਹ ਇੱਥੇ ਹੈ। ਹਰ ਇੱਕ ਬੱਚੇ ਤੱਕ, ਗਰੀਬ ਤੋਂ ਗਰੀਬ ਬੱਚੇ ਤੱਕ ਇਹ ਜਿਹੜੀ ਚੀਜ਼ ਹੈਗੀ ਹੈ ਪਹੁੰਚ ਜੇ, ਮੇਰੇ ਲਈ ਇਹ ਸਭ ਤੋਂ ਵੱਡੀ ਚੀਜ਼ ਹੈਗੀ ਹੈ। ਦੂਸਰੀ ਚੀਜ਼ ਜੋ ਹੋਰ ਆ ਰਹੀ ਹੈ ਕਿ ਸਰ ਵੀ ਕੁਝ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜੋ ਨਾ ਤਾਂ ਉਹਨਾਂ ਕਿਤਾਬਾਂ 'ਚ ਹੈਗੀਆਂ ਵੀ ਜਿਹੜੀਆਂ ਆਪਾਂ ਮਾਰਕੀਟ 'ਚ ਆਪਾਂ ਨੂੰ ਅਵੇਲੇਬਲ ਹੈਗੀਆਂ ਤੇ ਨਾ ਉਹਨਾਂ ਕੋਲ ਇੱਧਰ ਉੱਧਰ ਹੋਰ ਕਿਤੇ ਜਾਣਕਾਰੀ ਮਿਲਦੀ। ਜਿਵੇਂ ਕਈ ਮੈਸੇਜ ਆ ਰਹੇ ਮੇਰੇ ਦੋਸਤਾਂ ਦੇ, ਜਿਵੇਂ ਬਿਸ਼ਨੋਈ ਸਾਹਿਬ ਜੀ ਨੇ ਪੁੱਛਿਆ ਸੀ ਕੱਲ ਪਰਸੋਂ, ਤਾਂ ਉਹਦੇ 'ਚ ਮੈਂ ਤੁਹਾਨੂੰ ਚੀਜ਼ ਦੱਸਦਾ ਸਾਥੀ। ਜਿਵੇਂ ਕਿ ਮੰਨ ਲਓ ਕੁਝ ਸ਼ਬਦ ਹੈਗੇ ਆ, ਜਿਵੇਂ ਤਤਸਮ, ਤਦਭਵ ਸ਼ਬਦ ਹੈ, ਵਿਦੇਸ਼ੀ ਸ਼ਬਦ ਹੈ, ਇਹ ਜਿਹੇ ਜਿਹੜੇ ਟੌਪਿਕ ਹੈਗੇ। ਇਹ ਕੀ ਕੀਤਾ ਗਿਆ ਸਾਥੀਓ ਕਿ ਜਿਵੇਂ ਸਿਲੇਬਸ ਤਿਆਰ ਕੀਤਾ ਗਿਆ, ਉਸ ਤਿਆਰ ਦੇ ਵਿੱਚ ਕੀਤਾ ਗਿਆ ਹੈ ਕਿ ਜੋ ਹਿੰਦੀ ਦਾ ਜੋ ਲਗਭਗ ਟੌਪਿਕ ਸੀ ਉਹੀ ਚੱਕ ਕੇ ਪੰਜਾਬੀ 'ਚ ਵੀ ਰੱਖੇ ਗਏ ਹੈਗੇ। ਤਾਂ ਹੁਣ ਇਹਦੇ ਵਿੱਚ ਇਹ ਚੀਜ਼ ਹੈਗੀ ਕਿ ਕਈ ਚੀਜ਼ਾਂ ਇਹ ਜਿਹੀਆਂ ਹੈਗੀਆਂ ਕਿ ਜੋ ਹਿੰਦੀ 'ਚ ਬਹੁਤ ਹੀ ਗੂੜ ਰੂਪ 'ਚ ਪੜ੍ਹੀਆਂ ਜਾਂਦੀਆਂ ਹੈਗੀਆਂ, ਲੇਕਿਨ ਆਪਣੇ ਪੰਜਾਬੀ 'ਚ ਉਹ ਚੀਜ਼ਾਂ ਨਹੀਂ ਗਈਆਂ। ਇਹਦੇ ਖਾਤਰ ਮੈਂ ਤੁਹਾਨੂੰ ਛੋਟੀ ਜਿਹੀ ਰਾਏ ਦਿੰਦਾ ਹੈਗਾ ਕਿ ਜਿਹੜਾ ਆਪਾਂ ਤਿਆਰੀ ਕਰਦੇ ਹੈਗੇ ਆ ਉਹ ਤਿਆਰੀ ਆਪਣੀ ਸਾਥੀਓ ਜਿਵੇਂ ਰੀਟ ਦੀ ਕਰ ਰਹੇ ਆਪਾਂ, ਤਾਂ ਰੀਟ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਇੱਕ ਯੋਗਿਤਾ ਪਰਖ ਹੈ ਸਿਰਫ। ਤੇ ਜਦੋਂ ਵੀ ਕੋਈ ਯੋਗਿਤਾ ਪਰਖ, ਪ੍ਰਤੀਯੋਗਿਤਾ ਪ੍ਰੀਖਿਆ ਨਹੀਂ ਹੈ ਕਿਸੇ ਐਗਜ਼ਾਮ ਦੀ, ਯੋਗਿਤਾ ਪਰਖ ਹੈਗੀ ਹੈ ਜੋ ਕਿ ਇੱਕ ਨਿਰਧਾਰਨ ਹੈ, ਐਲੀਜੀਬਿਲਿਟੀ ਟੈਸਟ ਹੈ ਤੁਹਾਡਾ। ਇਹਦਾ ਜਿਹੜਾ ਲੈਵਲ ਹੁੰਦਾ ਸਾਥੀਓ, ਜਿਹੜਾ ਇਹਦਾ ਆਧਾਰ ਹੁੰਦਾ ਹੈਗਾ ਉਹ ਲਗਭਗ ਇੱਕੋ ਜਿਹਾ ਰੱਖਿਆ ਜਾਂਦਾ ਹੈਗਾ। ਜਿਵੇਂ 2011 ਤੋਂ ਸ਼ੁਰੂ ਹੋਇਆ, ਫਿਰ 2014-15 'ਚ ਜਾ ਕੇ ਇਹਦਾ ਨਾਮ ਬਦਲ ਕੇ ਰੀਟ ਕਰ ਦਿੱਤਾ ਗਿਆ, ਪਹਿਲਾਂ ਆਰਟੈਟ ਸੀਗਾ। ਤਾਂ ਇਹਦੇ ਵਿੱਚ ਦੇਖੋਗੇ ਕਿ ਜਿਹੜੇ ਬੱਚੇ ਨੇ 2015 'ਚ ਐਗਜ਼ਾਮ ਦਿੱਤਾ, ਹੋ ਸਕਦਾ ਉਹਨੇ 2016 'ਚ ਨਾ ਦਿੱਤਾ ਹੋਵੇ, 2018 'ਚ ਦਿੱਤਾ, ਜਾਂ ਜਿਹਨੇ 2018 'ਚ ਦਿੱਤਾ ਉਹਨੇ 2016 'ਚ ਨਾ ਦਿੱਤਾ ਹੋਵੇ। ਲੇਕਿਨ ਜੋ ਗਵਰਨਮੈਂਟ ਦੀ ਪਾਲਿਸੀ ਇਹ ਰਹਿੰਦੀ ਹੈਗੀ ਹੈ ਕਿ ਇਹਨਾਂ ਦੇ ਵਿੱਚ ਜੋ ਪੇਪਰ ਦਾ ਜਿਹੜਾ ਲੈਵਲ ਹੈਗਾ ਉਹ ਲਗਭਗ ਸਮਾਨ ਰੱਖਿਆ ਜਾਵੇ। ਵੀ ਐ ਨਹੀਂਗਾ ਵੀ 18 ਦਾ ਪੇਪਰ ਬਹੁਤ ਟਫ ਕਰਤਾ, 15 ਵਾਲਾ ਪੇਪਰ ਜਿਹੜਾ ਇੰਜੀ ਕਰਤਾ, ਇਹ ਜਾਰੀ ਹੁੰਦਾ ਹੈਗਾ। ਇਹਦੇ ਖਾਤਰ ਇਹ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਣਾ ਕਿ ਆਪਾਂ ਤੁਸੀਂ ਜੇ ਬੇਸ਼ੱਕ ਪਿਛਲੇ ਜਿਹੜੇ 5-7 ਸਾਲਾਂ ਦੇ ਪੇਪਰ ਹੈਗੇ ਉਹਨਾਂ ਨੂੰ ਦੇਖ ਲਓ, ਦੇਖ ਕੇ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਬਿਲਕੁਲ ਕਲੀਅਰ ਹੋ ਜੂਗੀ ਕਿ ਬਈ ਪਰਸਨ ਆਉਂਦਾ ਕੀ ਹੈਗਾ। ਜਦੋਂ ਤੁਸੀਂ ਉਹਨਾਂ ਪੇਪਰਾਂ ਨੂੰ ਦੇਖੋਗੇ ਤਾਂ ਪੇਪਰਾਂ ਨੂੰ ਦੇਖਦੇ ਹੀ ਤੁਹਾਨੂੰ ਇਹ ਪਤਾ ਲੱਗੂਗਾ ਕਿ ਵੀ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਬੇਸਿਕ ਆਪਾਂ ਨੂੰ ਆਉਣੀਆਂ ਹੈਗੀਆਂ, ਇਹ ਆਪਾਂ ਨੂੰ ਕਿਤਾਬ 'ਚੋਂ ਵੀ ਮਿਲ ਰਹੀਆਂ ਹੈਗੀਆਂ, ਆਪਾਂ ਨੂੰ ਕਲਾਸ 'ਚੋਂ ਵੀ ਮਿਲ ਰਹੀਆਂ ਹੈਗੀਆਂ। ਤੇ ਜਿਹੜੀਆਂ ਇੱਥੇ ਪੜ੍ਹ ਰਹੇ ਆ ਉਸ ਤੋਂ ਬਹੁਤ ਅੱਗੇ ਜਾ ਕੇ ਆਪਾਂ ਪੜ੍ਹ ਰਹੇ ਹੈਗੇ ਆ। ਠੀਕ ਹੈ ਨਾ। ਜਿਵੇਂ ਆਪਾਂ ਸਵਰਾਂ ਦਾ ਵਰਗੀਕਰਨ ਕੀਤਾ ਗਿਆ, ਸਵਰਾਂ ਦਾ ਵਰਗੀਕਰਨ ਕਿੱਥੋਂ ਤੱਕ ਮੈਂ ਤਿਆਰ ਕੀਤੇ ਗਿਆ ਉਹ ਪਿਛਲੇ ਪ੍ਰੀਖਿਆ 'ਚ ਨਹੀਂ ਗਏ। ਵਿਅੰਜਨ ਕਰ ਰਹੇ ਹੈਗੇ, ਮੈਂ ਵਿਅੰਜਨ ਦੇ ਵਿੱਚ ਵੀ ਕੋਈ ਇਹ ਜਿਹਾ ਕੋਈ ਚੀਜ਼ ਜਿਹੜੀ ਰਹਿ ਜਾਏ, ਮੇਰੀ ਕੋਸ਼ਿਸ਼ ਵੀ ਸਾਰੀ ਚੀਜ਼ਾਂ ਮੈਂ ਕਵਰ ਕਰਾਂ, ਉਹ 'ਚ ਮੈਂ ਕੁਝ ਨਹੀਂ ਛੱਡਣਾ ਚਾਹੁੰਦਾਗਾ। ਤੁਸੀਂ ਉਹਨਾਂ ਪੇਪਰਾਂ ਨੂੰ ਦੇਖ ਲਓ, ਪੇਪਰਾਂ ਨੂੰ ਦੇਖ ਕੇ ਤੁਹਾਡੇ ਚੀਜ਼ ਬਿਲਕੁਲ ਕਲੀਅਰ ਹੋ ਜਾਏਗੀ। ਫਿਰ ਉਸੇ ਆਧਾਰ ਦੀ ਥੋੜੀ ਤਿਆਰੀ ਰੱਖੋ। ਠੀਕ ਹੈ ਨਾ। ਵੀ ਤੁਸੀਂ 2014, 15, 16 ਜਾਂ 17, 18 ਜਿਹੜੇ ਪੇਪਰ ਹੋਏ ਆ ਪੰਜਾਬੀ ਦੇ ਭਾਸ਼ਾ ਫਸਟ ਦੇ ਵਿੱਚ ਤੇ ਭਾਸ਼ਾ ਸੈਕੰਡ ਦੇ ਵਿੱਚ,
ਉਹਨਾਂ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਜੂ ਵੀ ਆਪਣੀ ਤਿਆਰੀ ਕੀ ਹੈਗੀ ਹੈ, ਪਰਸਨ ਕਿਸ ਤਰੀਕੇ ਦਾ ਹੁੰਦਾ ਹੈ, ਕਿੰਨਾ ਕੁ ਸਰਲ ਆਉਂਦਾ ਹੈ ਤੇ ਕਿੰਨਾ ਕੁ ਕਠਿਨ ਆਉਂਦਾ ਹੈਗਾ। ਠੀਕ ਹੈ, ਵੀ ਐ ਨਹੀਂ ਹੈ ਕਿ ਤੁਸੀਂ ਬਹੁਤ ਹੀ ਜ਼ਿਆਦਾ ਗਹਿਰਾਈ ਨਾਲ ਪੜ੍ਹ ਰਹੇ ਹੋ ਤਾਂ ਤੁਸੀਂ ਇੰਨੀ ਜ਼ਿਆਦਾ ਗਹਿਰਾਈ 'ਚ ਚਲੇ ਗਏ ਕਿ ਜਿਵੇਂ ਡੁੱਬ ਕੇ ਬਾਹਰ ਆਏ ਨਹੀਂਗੇ। ਪੇਪਰ ਦੇ ਵਿੱਚ ਜਿਹੜੇ ਕੁਐਸਚਨ ਹੋਣੇ ਆ ਬਿਲਕੁਲ ਹਲਕੇ ਹਲਕੇ ਆਉਣੇ ਆ, ਵੀ ਟੋਲੀ ਦੱਸੋ ਜਾਂ ਕੋਈ ਲਘੂ ਸਵਰ ਦੱਸੋ, ਆਪਾਂ ਬਹੁਤ ਜ਼ਿਆਦਾ ਗਹਿਰਾਈ ਨਹੀਂ। ਆਪਾਂ ਦਾ ਆਪਣਾ ਜੋ ਮੇਨ ਮਕਸਦ ਹੈਗਾ ਉਹ ਇਹ ਹੈਗਾ ਕਿ ਵੀ ਪੇਪਰ ਦੇ ਵਿੱਚ ਕੁਐਸਚਨ ਕੀ ਆਉਣਾ ਹੈਗਾ, ਆਪਾਂ ਉਹਦਾ ਆਨਸਰ ਕੀ ਦੇਣਾ ਹੈਗਾ ਤੇ ਸਹੀ ਤੋਂ ਸਹੀ ਕਿੰਨੇ ਆਨਸਰ ਕਰ ਦਿੰਦੇ ਹੈਗੇ, ਆਪਾਂ ਕਿੰਨੇ ਕੁਐਸਚਨ ਆਪਾਂ ਕਿੰਨੇ ਜ਼ਿਆਦਾ ਮਾਰਕਸ ਲੈ ਸਕਦੇ ਹਾਂ। ਆਪਣਾ ਮਕਸਦ ਇਹ ਹੈਗਾ ਕਿ ਨਾ ਕਿ ਇੱਧਰ ਉੱਧਰ ਜ਼ਿਆਦਾ ਕਿਤਾਬਾਂ ਖੰਗਾਲਣ ਦਾ, ਨਾ ਕਿ ਇਹ ਚੀਜ਼ਾਂ ਕਿ ਵੀ ਹਾਂਜੀ ਉਸ ਤੋਂ ਗਹਿਰਾਈ 'ਚ ਕੀ ਹੈ, ਉਹ ਡੀਪ ਕੀ ਹੈਗਾ। ਠੀਕ ਹੈ ਨਾ, ਇਸ ਤਰੀਕੇ ਦੀ ਗੱਲ ਰੱਖਣੀ। ਬਾਕੀ ਰਹੀ ਗੱਲ ਜੋ ਆਪਣੀ ਕਲਾਸ ਦੀ ਹੈਗੀ, ਉਹ ਮੈਂ ਲਗਭਗ ਸਾਰੀਆਂ ਚੀਜ਼ਾਂ ਇੱਥੇ ਕਰਾਉਣ ਦੀ ਕੋਸ਼ਿਸ਼ ਕਰਨੀ। ਹੁਣ ਚੱਲਦੇ ਆਪਾਂ ਆਪਣੇ ਵਿਅੰਜਨ ਤੇ। ਆਪਣਾ ਜਿਹੜਾ ਸਾਥੀ ਵਿਅੰਜਨ ਦਾ ਪਾਰਟ ਜੋ ਚੱਲ ਰਿਹਾ ਸੀਗਾ ਉਹ ਹੈਗਾ ਹੈ ਇੱਕ ਭਾਗ ਆਪਾਂ ਉਹਦਾ ਕਰ ਚੁੱਕੇ ਹਾਂ ਜਿਹੜਾ ਟੋਲੀ ਦੇ ਤਰੀਕੇ ਰੂਪ ਦੇ ਵਿੱਚ ਹੈਗਾ। ਉਸ ਤੋਂ ਅਗਲਾ ਆਪਾਂ ਕਰਦੇ ਹਾਂ ਵੀ ਵਿਅੰਜਨਾਂ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ। ਤਾਂ ਵਿਅੰਜਨਾਂ ਦਾ ਵਰਗੀਕਰਨ ਸਾਥੀਓ, ਵਿਅੰਜਨਾਂ ਦਾ ਵਰਗੀਕਰਨ ਸਾਥੀਓ ਦੋ ਆਧਾਰਾਂ ਤੇ ਕੀਤਾ ਜਾਂਦਾ ਹੈ। ਕਿੰਨੇ ਆਧਾਰਾਂ ਤੇ? ਦੋ ਆਧਾਰਾਂ ਤੇ ਕੀਤਾ ਜਾਂਦਾ ਹੈ। ਇੱਕ ਤਾਂ ਆਧਾਰ ਸਾਥੀਓ ਮੰਨਿਆ ਜਾਂਦਾ ਹੈਗਾ ਉਚਾਰਨ ਸਥਾਨ ਦੇ ਆਧਾਰ ਤੇ। ਉਚਾਰਨ ਸਥਾਨ ਦੇ ਆਧਾਰ ਤੇ ਵੀ ਮਤਲਬ ਹੈ ਕਿ ਵਿਅੰਜਨਾਂ ਦਾ ਉਚਾਰਨ ਮੂੰਹ ਯੰਤਰ ਕਹਿ ਲਓ ਜਾਂ ਮੂੰਹ ਪੋਲ ਕਹਿ ਲਓ ਜਾਂ ਮੁੱਖ ਯੰਤਰ ਕਹਿ ਲਓ ਆਪਣਾ ਸਾਥ, ਇਹਦੇ ਵਿੱਚ ਉਚਾਰਨ ਸਥਾਨ ਕੀ ਹੈ ਉਹਦੇ ਆਧਾਰ ਤੇ ਵਿਅੰਜਨਾਂ ਦਾ ਵਰਗੀਕਰਨ ਹੁੰਦਾ ਹੈਗਾ। ਦੂਸਰਾ ਜਿਹੜਾ ਵਰਗੀਕਰਨ ਹੁੰਦਾ ਹੈਗਾ ਉਹ ਹੁੰਦਾ ਹੈਗਾ ਸਾਥੀਓ ਉਚਾਰਨ ਢੰਗ ਦੇ ਆਧਾਰ ਤੇ। ਇੱਕ ਤਾਂ ਹੋ ਗਿਆ ਉਚਾਰਨ ਸਥਾਨ ਦੇ ਆਧਾਰ ਤੇ, ਮਤਲਬ ਸਥਾਨ ਕੀ ਹੈ, ਤੇ ਦੂਜਾ ਕੀ ਹੈ ਉਚਾਰਨ ਢੰਗ ਕਹਿ ਲਓ ਜਾਂ ਤਰੀਕਾ ਕਹਿ ਲਓ ਵੀ ਉਹਦਾ ਤਰੀਕਾ ਕੀ ਹੈ ਉਚਾਰਨ ਕਰਨ ਦਾ। ਇਸ ਤਰੀਕੇ ਨਾਲ ਵਿਅੰਜਨਾਂ ਦਾ ਵਰਗੀਕਰਨ ਦੋ ਭਾਗਾਂ ਦੇ ਵਿੱਚ ਮੁੱਖ ਰੂਪ ਚ ਕਰਕੇ ਰੱਖ ਕੇ ਕੀਤਾ ਜਾਂਦਾ, ਜਿਵੇਂ ਸਵਰਾਂ ਦਾ ਚਾਰ ਦੇ ਵਿੱਚ ਕੀਤਾ ਜਾਂਦਾ ਹੈ। ਆਪਾਂ ਅੱਜ ਕਰਦੇ ਹਾਂ ਪਹਿਲਾਂ ਇੱਕ ਉਚਾਰਨ ਸਥਾਨ ਦੇ ਆਧਾਰ ਤੇ। ਠੀਕ ਹੈ, ਤੇ ਇਸ ਨੂੰ ਸਮਝਦੇ ਹਾਂ। ਅੱਜ ਉਚਾਰਨ ਸਥਾਨ ਦੇ ਆਧਾਰ ਤੇ ਜਦੋਂ ਸਾਥੀਓ ਵਰਗੀਕਰਨ ਕੀਤਾ ਜਾਂਦਾ ਹੈ ਤਾਂ ਇਹਦੇ ਵਿੱਚ ਮੋਟੀਆਂ-ਮੋਟੀਆਂ ਦੋ ਤਿੰਨ ਚੀਜ਼ਾਂ ਧਿਆਨ ਰੱਖੀਆਂ ਜਾਂਦੀਆਂ ਹੈਗੀਆਂ ਤੇ ਮੈਂ ਤੁਹਾਨੂੰ ਦੱਸਦਾ ਵੀ ਰਹੂੰਗਾ ਵੀ ਕਿੱਥੇ ਐਗਜ਼ਾਮ 'ਚ ਪੁੱਛੀਆਂ ਗਈਆਂ ਹੈਗੀਆਂ। ਇਹਦੇ ਵਿੱਚ ਪਹਿਲੀ ਜਿਹੜੀ ਚੀਜ਼ ਆਉਂਦੀ ਹੈਗੀ ਉਹ ਆਉਂਦੀ ਹੈ ਸਾਥੀਓ ਉਚਾਰਨ ਪ੍ਰਕਿਰਿਆ, ਜਾਂ ਇਸ ਨੂੰ ਕਹਿ ਸਕਦੇ ਹੋ ਉਚਾਰਨ ਅੰਗ। ਪਹਿਲੀ ਜਿਹੜੀ ਚੀਜ਼ ਹੈ ਉਚਾਰਨ ਪ੍ਰਕਿਰਿਆ ਤੇ ਉਚਾਰਨ ਅੰਗ ਵੀ ਮੂਲ ਤੋਂ ਲੈ ਕੇ ਜਿਹੜੇ ਵਿਅੰਜਨ ਹੈ ਉਹਨਾਂ ਦਾ ਉਚਾਰਨ ਦੀ ਪ੍ਰਕਿਰਿਆ ਕੀ ਰਹਿੰਦੀ ਹੈ, ਕੀ ਕ੍ਰਮ ਕੀ ਹੁੰਦਾ ਹੈਗਾ ਉਹਨਾਂ ਦਾ, ਕਿੱਥੋਂ ਸਟਾਰਟ ਹੁੰਦੇ ਆ ਕਿੱਥੋਂ ਜਾ ਕੇ ਪੂਰਨ ਹੁੰਦੇ ਹੈਗੇ ਤੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਅੰਗ ਆ ਜਾਂਦੇ ਹੈਗੇ। ਠੀਕ ਹੈ ਜੀ, ਹੁਣ ਇਹਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਹੈਗੀਆਂ। ਨੰਬਰ ਪਹਿਲਾ ਆਉਂਦਾ ਹੈਗਾ ਨੰਬਰ 1। ਇੱਕ ਨੰਬਰ ਸਾਥੀ ਆਉਂਦਾ ਹੈ ਉਹ ਕਹਿੰਦੇ ਹੈਗੇ ਸਾਹ ਪ੍ਰਣਾਲੀ। ਕਿਹੜੀ ਪ੍ਰਣਾਲੀ? ਸਾਹ ਪ੍ਰਣਾਲੀ। ਸਾਹ ਪ੍ਰਣਾਲੀ ਦੇ ਵਿੱਚ ਜੋ ਚੀਜ਼ਾਂ ਆਉਂਦੀਆਂ ਹੈਗੀਆਂ ਜਿਵੇਂ ਮੰਨ ਲਓ ਆਹ ਆਪਣੇ ਫੇਫੜੇ ਹੈਗੇ ਆ, वैसे बन तो कुछ हो नहीं गया, हालांकि वैसे फेफड़े रह गए हैं, चलो फेफड़े मान लिया उसमें। ठीक है ना, आ ਜਿਹੜੇ फेफड़े है अपने ਇਹਦੇ ਵਿੱਚ ਸਾਹ ਪ੍ਰਣਾਲੀ ਦੇ ਵਿੱਚ ਜੋ ਮੁੱਖ ਚੀਜ਼ ਆਉਂਦੀ ਹੈ ਪਹਿਲੀ ਆਉਂਦੀ ਹੈ ਉਹ ਫੇਫੜੇ ਹੀ ਹੁੰਦੇ ਹੈਗੇ। ਫੇਫੜੇ। ਦੂਸਰੀ ਚੀਜ਼ ਜੋ ਆਉਂਦੀ ਹੈਗੀ ਹੈ ਇਹਦੇ ਵਿੱਚ ਉਹ ਆਉਂਦੀ ਹੈਗੀ ਹੈ ਸਾਥੀਓ, ਇਹਨੂੰ ਆਪਾਂ ਕੁਝ ਲੋਕ ਛਾਤੀ ਜਾਂ ਸੀਨਾ ਕਹਿ ਦਿੰਦੇ ਹੈਗੇ। तीसरी ਜਿਹੜੀ ਇਹਦੇ ਵਿੱਚ ਚੀਜ਼ ਆਉਂਦੀ ਹੈਗੀ ਹੈ ਉਹ ਆਉਂਦੀ ਹੈ ਸਾਥੀ ਜਿਵੇਂ ਆਹ ਆਪਾਂ ਵਿਗਿਆਨ ਦੇ ਵਿੱਚ ਪੜ੍ਹਦੇ ਆ ਵੀ ਆਹ ਜਿਹੜੀਆਂ ਦੋ ਨਲਿਕਾਵਾਂ ਹੁੰਦੀਆਂ, ਇੱਕ ਸਵਾਸ ਨਲਿਕਾ ਹੁੰਦੀ ਹੈ, ਇੱਕ ਆਹਾਰ ਨਲਿਕਾ ਹੁੰਦੀ ਹੈ। ਆਹ ਜਿਹੜੀ ਸਵਾਸ ਨਲਿਕਾ ਇਹਨੂੰ ਜਿਹਨੂੰ ਪੰਜਾਬੀ ਚ ਆਪਾਂ ਲਿਖਾਂਗੇ ਸਾਹ ਨਲੀ।
ਆ तीन चीज़ां, ये तीन चीज़ां होंदियां ये साह प्रणाली दे विच, मतलब उच्चारण स्थान दे प्रक्रिया दे विच उच्चारण अंगां दे विच जिहड़ा पहला जिहड़ा पार्ट आउंदा है वो आउंदा है साह प्रणाली ते ओहदियां तीन चीज़ां हैगियां फेफड़े, छाती ते साह नली। हुण तुसीं कहोगे भी सर भी ਇਹਦਾ ਇੱਥੇ ਕੀ ਸੰਬੰਧ ਹੈਗਾ? ਜਦੋਂ ਵੀ ਸਾਥੀਓ ਕਿਸੇ ਵੀ ਪ੍ਰਕਾਰ ਦੀ ਧੁਨੀ ਆਪਣੇ ਮੂੰਹ ਦੇ ਵਿੱਚੋਂ ਬਾਹਰ ਨਿਕਲਦੀ ਹੈ, ਧੁਨੀ ਆਵਾਜ਼ ਕਹ ਲਓ ਜਾਂ ਧਵਨੀ ਕਹ ਲਓ, ਤਾਂ ਉਹਦੇ ਵਿੱਚ ਕੀ ਚੀਜ਼ ਹੁੰਦੀ ਹੈ ਕਿ ਉਹ ਆਪਣੇ ਫੇਫੜਿਆਂ ਦੇ ਵਿੱਚੋਂ ਸਾਹ ਦੇ ਦੁਆਰਾ ਉਸ ਸਮੇਂ ਹਵਾ ਦਾ ਵੇਗ ਦਾ ਧੱਕਾ ਪੈਂਦਾ ਬਾਹਰ ਨੂੰ। ਕੋਈ ਵੀ ਇਹੋ ਜਿਹੀ ਧੁਨੀ ਹੈ ਨਹੀਂਗੀ ਜਿਹੜੀ ਕਿ ਉਸ ਧੱਕੇ ਤੋਂ ਬਿਨਾ ਉਚਾਰਿਤ ਕੀਤੀ ਜਾ ਸਕੇ। ਸਾਹ ਦੀ ਇੱਕ ਨਾਦ ਇੱਥੋਂ ਤੁਰਦੀ ਹੈ ਫੇਫੜਿਆਂ ਤੋਂ ਇੱਕ ਝਟਕੇ ਦੇ ਨਾਲ ਛਾਤੀ ਦੇ ਅੰਦਰ, ਤੇ ਇਸ ਰਾਹ ਤੋਂ ਜਿਹਨੂੰ ਮੈਂ ਕਿਹਾ ਸਾਹ ਪ੍ਰਣਾਲੀ ਜਾਂ ਸਾਹ ਨਲੀ, ਇਹਦੇ ਰਾਹੀਂ ਉਹ ਬਾਹਰ ਨੂੰ ਆਉਂਦੀ ਹੈਗੀ ਹੈ। ਉਸ ਤੋਂ ਬਾਅਦ ਅਗਲਾ ਹਿੱਸਾ ਤਾਂ ਜਿਹੜਾ ਹੈਗਾ ਉਹ ਤਾਂ ਜਿਹੜਾ ਨਾਦ ਪੈਦਾ ਕਰਦਾ ਉਹ ਤਾਂ ਗਾਹ ਅੱਗੇ ਹਰ ਪੜ ਰਹੇ ਆਪਾਂ, ਉਹ ਤਾਂ ਅੱਗੇ ਹੈ, ਲੇਕਿਨ ਇਹ ਉਹਦਾ ਮੂਲ ਹੈ ਜਿੱਥੋਂ ਕਿ ਕਿਸੇ ਵੀ ਪ੍ਰਕਾਰ ਦੀ ਧੁਨੀ ਨੇ ਪੈਦਾ ਹੋਣਾ ਹੁੰਦਾ ਹੈ। ਆਪਾਂ ਬਾਂਸੁਰੀ ਦੇਖਦੇ ਹੈਗੇ ਆ, ਬਾਂਸੁਰੀ 'ਚ ਆਪਾਂ ਕੀ ਚੀਜ਼ ਦੇਖਦੇ ਹੈਗੇ ਆ ਕਿ ਇੱਕ ਤਰਫ ਉਹਦੇ ਜਿੱਥੋਂ ਹਵਾ ਮਾਰੀ ਜਾਂਦੀ ਹੈਗੀ ਹੈ, ਜਿੱਥੋਂ ਹਵਾ ਮਾਰੀ ਜਾਂਦੀ ਹੈਗੀ ਹੈ ਉੱਥੇ ਸਿਰਫ ਹਵਾ ਮਾਰੀ ਜਾਂਦੀ ਹੈਗੀ ਹੈ ਇੱਕ ਮੂੰਹ ਦੇ ਨਾਲ, ਜਿਹਨੂੰ ਸੂਸਰ ਯੰਤਰ ਆਪਾਂ ਕਹਿੰਦੇ ਹੈਗੇ ਜਿਹੜੇ ਨੂੰ ਹਵਾ ਦੇ ਨਾਲ ਵਜਾਈਦੇ। ਉਸ ਤੋਂ ਜਿਹੜੀ ਨਾਦ ਪੈਦਾ ਹੋਣੀ ਹੁੰਦੀ ਹੈ ਉਹ ਤਾਂ ਗਾਂ ਵਾਲੇ ਛੇਦ ਜਿਹੜੇ ਹੁੰਦੇ ਆ ਉਹਨਾਂ ਨੂੰ ਦਬਾ ਕੇ ਅਲੱਗ-ਅਲੱਗ ਪ੍ਰਕਾਰ ਨਾਲ ਨਾਦ ਪੈਦਾ ਹੁੰਦੀ ਹੈ, ਲੇਕਿਨ ਇੱਥੋਂ ਇੱਕ ਹਵਾ ਦਾ ਇੱਕ ਵੇਗ ਦਿੱਤਾ ਜਾਂਦਾ ਹੈ, ਫਿਰ ਹੀ ਜਾ ਕੇ ਉਸ ਹਵਾ ਦੇ ਵੇਗ ਦੇ ਨਾਲ ਉਹ ਭਿੰਨ-ਭਿੰਨ ਪ੍ਰਕਾਰ ਦੀਆਂ ਧੁਨੀਆਂ ਜਾਂ ਨਾਦ ਪੈਦਾ ਹੁੰਦੀ ਹੈਗੀ ਹੈ। ਇੱਥੇ ਵੀ ਉਹੀ ਚੀਜ਼ ਹੈ, ਇੱਥੋਂ ਇੱਕ ਹਵਾ ਦਾ ਧੱਕਾ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਜਾ ਕੇ ਅੱਗੇ ਹੁਣ ਦੇਖਦੇ ਆਪਾਂ ਫਿਰ ਜਾ ਕੇ ਧੁਨੀਆਂ ਪੈਦਾ ਹੋਣੀਆਂ ਹੈਗੀਆਂ। ਇਹਦੇ ਜੋ ਮੁੱਖ ਇਹਦਾ ਅੰਗ ਮੰਨਿਆ ਜਾਂਦਾ ਹੈ ਜਿਹਨੂੰ ਕਿਹਾ ਜਾਂਦਾ ਹੈ, ਇਹਨੂੰ ਕਿਹਾ ਜਾਂਦਾ ਹੈ ਪੌਣ ਧਾਰਾ। ਕੀ ਕਿਹਾ ਜਾਂਦਾ ਹੈ? ਪੌਣ ਧਾਰਾ। ਆਹਾ ਸ਼ਬਦ ਦੱਸਣ ਦੇ ਖਾਤਰ ਹੀ ਮੈਂ ਆਹ ਇੰਨਾ ਕੁਝ ਕੀਤਾ। ਪ੍ਰਸ਼ਨ ਸੀਗਾ ਸਾਥੀਓ ਸੀਟੈਟ ਦੇ ਵਿੱਚ ਕਿ ਪੌਣ ਧਾਰਾ ਦਾ ਸੰਬੰਧ ਕਿਸ ਉਚਾਰਨ ਪ੍ਰਕਿਰਿਆ ਨਾਲ ਹੈ, ਤਾਂ ਉੱਤਰ ਇਹਦਾ ਹੈਗਾ ਸਾਹ ਪ੍ਰਣਾਲੀ। ਕਾਹਦੇ ਨਾਲ? ਸਾਹ ਪ੍ਰਣਾਲੀ। ਇਹ ਹੋਇਆ ਸਾਥੀਓ ਆਪਣਾ ਪਹਿਲਾ ਭਾਗ। दूसरा जो एरा साथी जो भाग आउंदा है वो आउंदा है धुनी प्रणाली ते धुनी प्रणाली। हुण आ गई गल धुनी दी भी धुनी पैदा होंदी है वो कित्थे जाके होंदी है। इधर मैं मिटा बैठा, मैं फिर दोबारा उसी तरीके नाल बना देना, ठीक है ना। आप फेफड़े हो गया, आपकी साह नली होगी। हुण इहदे विच की चीज़ है, धुनी प्रणाली दे विच इत्थों तां साह दी धक पई, आह जिहड़ा पार्ट है अपने गले का उतला आह हिस्सा ये धुनी प्रणाली च आउंदा है, मतलब साह प्रणाली तो अगला हिस्सा, साह नली तो उतला हिस्सा ते अपने जबड़े ते दंदां तो पिछला हिस्सा। इहदे विच की चीज़ां आ जांदियां साथियों, ਇਹਦੇ ਵਿੱਚ ਆ ਜਾਂਦਾ ਹੈਗਾ ਇੱਕ ਤਾਂ ਆ ਗਈਆਂ ਸੁਰ ਤੰਤਰੀਆਂ। ਕੀ ਚੀਜ਼? ਸੁਰ ਤੰਤਰੀਆਂ। ਵੀ ਸੁਰ ਤੰਤਰੀਆਂ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਆ ਜਾਂਦੀਆਂ ਨੇ। ਉਸ ਤੋਂ ਇਲਾਵਾ ਸਾਥੀਓ ਆਪਣਾ ਜਿਹੜਾ ਗਲਾ ਹੈ ਉਹ ਵੀ ਇਹਦੇ ਵਿੱਚ ਹੀ ਆ ਜਾਂਦਾ ਹੈ, ਠੀਕ ਹੈ ਨਾ। ਵੀ ਕਹਿਣ ਦਾ ਮਤਲਬ ਵੀ ਜੀਭ ਦਾ ਥੋੜਾ ਪਿਛਲਾ ਹਿੱਸਾ ਤੇ ਗਲੇ ਤੋਂ ਅਗਲਾ ਹਿੱਸਾ। ਸੁਰ ਤੰਤਰੀਆਂ आह धुनी प्रणाली का एक अंग है। ये सुर तंत्रियां तुसीं ज्यादा याद रखनी भी सुर तंत्रियां किहदे विच हैगियां? धुनी प्रणाली विच। तीसरी जिहड़ी स्थिति आंदी साथियों वो आउंदी हैगी है उच्चारण प्रणाली। किहड़ी प्रणाली? उच्चारण प्रणाली। उच्चारण प्रणाली दे विच अपने सारे अगले अंग आ जांदे हैगे, किहड़े जिहदे विच आपां कह सकदे हां अच्छा धुनी प्रणाली तो अगला जिहड़ा भाग है, ठीक है,
ਇਹਦੇ ਵਿੱਚ ਇੱਕ ਚੀਜ਼ ਹੋਰ ਹੈਗੀ ਹੈ ਜਿਹਨੂੰ ਆਪਾਂ ਲਿਖ ਸਕਦੇ ਹੈਗੇ ਆ ਕੰਠ ਪਠਾਰ। ਕਿਹਦੇ ਵਿੱਚ? ਧੁਨੀ ਪ੍ਰਣਾਲੀ ਦੇ ਵਿੱਚ। ਵੀ ਇਹਨੂੰ ਕੰਠ ਪਠਾਰ ਵੀ ਕਹਿ ਦਿੱਤਾ ਜਾਂਦਾ, ਜਿਹੜੇ ਗਲ ਨੂੰ ਕੰਠ ਕਹਿ ਦਿੱਤਾ ਜਾਂਦਾ, ਨਾਲੇ ਗਲਾ ਵੀ ਕਹਿ ਦਿੱਤਾ ਜਾਂਦਾ ਹੈ। ਉਚਾਰਨ ਪ੍ਰਣਾਲੀ ਦੇ ਵਿੱਚ ਕੰਠ ਪਠਾਰ ਤੋਂ ਅਗਲਾ ਹਿੱਸਾ ਹੁੰਦਾ ਹੈ, ਮਤਲਬ ਉਸ ਗਲੇ ਤੋਂ ਅਗਲਾ ਹਿੱਸਾ ਹੁੰਦਾ ਹੈ। ਕਿਹੜੀ ਚੀਜ਼ਾਂ ਆ ਜਾਂਦੀਆਂ ਇਹਦੇ ਵਿੱਚ ਸਾਥੀਓ? ਜੀਭ ਆ ਜਾਂਦੀ ਹੈਗੀ ਹੈ, ਠੀਕ ਹੈ ਨਾ। मैं बड़ा चित्र में दस देना भी अगला अपना की हो जाता है आ हिस्सा हो जाता है आ पार्ट, ठीक है। भी हुण जी देखो आह पार्ट जेड़ा पार्टीशन सीगा ਇਹ ਤਾਂ ਸਾਹ ਪ੍ਰਣਾਲੀ ਚ ਆ ਗਿਆ, ਜਿਹਦੇ ਚ ਆਪਾਂ ਦੇਖਿਆ ਆਪਣੀ ਫੇਫੜੀ ਹੈ, ਸੌਰੀ ਫੇਫੜੇ ਹੈ, ਫੇਫੜੇ ਨਹੀਂ ਫੇਫੜੇ ਹੈ, ਸੌਰੀ ਫੇਫੜੇ ਹੈ, ਛਾਤੀ ਹੈ, ठीक है ना। ਆਪਣੀ ਸਾਹ ਦੀ ਨਲਿਕਾ ਹੈ, ਇਹਦੇ ਵਿੱਚ ਧੁਨੀ ਦੇ ਵਿੱਚ ਕੀ ਚੀਜ਼ ਆ? ਵਿਚਾਰਲਾ ਹਿੱਸਾ ਹੈ ਜਿਹਦੇ ਵਿੱਚ ਸੁਰ ਤੰਤਰੀਆਂ ਹੈ, ਗਲੇ ਦਾ ਭਾਗ ਹੈ ਜਿਹਨੂੰ ਕੰਠ ਪਠਾਰ ਕਹਿ ਦਿੱਤਾ ਜਾਂਦਾ ਹੈ। ਉਸ ਤੋਂ ਅਗਲਾ ਜੋ ਪਾਰਟ ਹੈ ਕੰਠ ਪਠਾਰ ਤੋਂ ਅਗਲਾ ਜੋ ਹਿੱਸਾ ਹੈ ਇਹਦੇ ਵਿੱਚ ਜਿਹੜੇ ਸਾਰੇ ਅੰਗ ਜਿਨ੍ਹਾਂ ਤੋਂ ਜਾ ਕੇ ਅੰਤਿਮ ਰੂਪ ਦੇ ਵਿੱਚ ਧੁਨੀ ਪੈਦਾ ਹੁੰਦੀ ਹੈ, ਕਹਿੰਦਾ ਮਤਲਬ ਕਿ ਉਹ ਇੱਕ ਭਾਸ਼ਾ ਦਾ ਰੂਪ ਲੈਂਦੀ ਹੈਗੀ ਹੈ। ਉਹ ਪਾਰਟ ਦੇ ਵਿੱਚ ਜੀਭ ਆ ਜਾਂਦੀ ਹੈ ਸਾਥੀਓ, ਤੇ ਉਸ ਤੋਂ ਇਲਾਵਾ ਦੰਦ ਆ ਜਾਂਦੇ ਹੈਗੇ ਹੈ, ਠੀਕ ਹੈ ਨਾ। ਆਪਣੇ ਬੁੱਲ ਕਹਿ ਸਕਦੇ ਆ, ਬੁੱਲ ਆ ਜਾਂਦੇ ਹੈਗੇ ਹੈ, ਆਪਣਾ ਤਾਲੂ ਆ ਜਾਂਦਾ ਹੈਗਾ, ਠੀਕ ਹੈ ਨਾ। ਇਹ ਚੀਜ਼ਾਂ ਸਾਰੀਆਂ ਇਹਦੇ ਚ ਆ ਜਾਂਦੀਆਂ। ਹੁਣ ਤਾਲੂ ਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਆ ਜਾਂਦੀਆਂ, ਤਾਲੂ ਦੇ ਵਿੱਚ ਵੀ ਸਖਤ ਤਾਲੂ ਤੇ ਕੋਮਲ ਤਾਲੂ ਆ ਜਾਂਦਾ ਹੈਗਾ, ਜਿਹੜਾ ਉਤਲਾ ਪਾਸਾ ਆਪਣੇ ਹੁੰਦਾ ਹੈਗਾ, ਠੀਕ ਹੈ ਨਾ। ਦੰਦਾਂ ਦੇ ਥੋੜਾ ਜਿਹਾ ਪਿਛਲੇ ਪਾਸੇ ਜਿਹੜਾ ਤਾਲੂ ਹੁੰਦਾ ਹੈ ਸਖਤ ਤਾਲੂ ਹੁੰਦਾ ਹੈ, ਉਦੋਂ ਪਿਛਲਾ ਜਿਹੜਾ ਤਾਲੂ ਹੁੰਦਾ ਹੈ ਉਹ ਕੋਮਲ ਤਾਲੂ ਹੁੰਦਾ ਹੈਗਾ, ਠੀਕ ਹੈ ਨਾ। ਇੱਕ ਹੋਰ ਚੀਜ਼ ਆਉਂਦੀ ਹੈਗੀ ਹੈ ਜਿਹੜਾ ਕਿ ਇਹਨੂੰ ਕਕਾਲ ਕਹਿੰਦੇ ਹੈਗੇ ਹੈ, ਠੀਕ ਹੈ ਨਾ। ਉਹ ਜਿਹੜਾ ਸਾਡੇ ਪੰਜਾਬੀ ਜਿਵੇਂ ਕਹਿੰਦੇ ਕਿ ਕਾਂਜਾ ਜਿਹੜਾ ਲੰਬਦਾ ਹੁੰਦਾ ਉਹ ਜਿਹੜਾ ਹਿੱਸਾ ਜਿਹੜਾ ਹੁੰਦਾ ਹੈਗਾ ਉਹ ਚ ਆ ਜਾਂਦਾ ਹੈਗਾ। ਇਹ ਚੀਜ਼ ਹੋ ਜਾਂਦੀ ਹੈਗੀ ਹੈ ਸਾਥੀਓ, ਇਹਨੂੰ ਕਿਹਾ ਜਾਂਦਾ ਹੈਗਾ ਉਚਾਰਨ ਪ੍ਰਕਿਰਿਆ ਜਾਂ ਉਚਾਰਨ ਦੇ ਅੰਗ। ਆਹ ਕਰਾਉਣ ਦੇ ਪਿੱਛੇ ਮੇਰਾ ਮਕਸਦ ਹੈਗਾ ਉਹਦੇ ਚ ਕੀ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਵੀ ਸਾਰੀ ਸਾਥੀਓ ਕਿ ਉਚਾਰਨ ਪ੍ਰਕਿਰਿਆ ਦੇ ਤਿੰਨ ਅੰਗ ਹੁੰਦੇ ਹਨ, ਵੀ ਤਿੰਨ ਪਾਰਟ ਹੁੰਦੇ ਹਨ। ਤਿੰਨਾਂ ਪਾਰਟਾਂ ਦੇ ਵਿੱਚੋਂ ਪਹਿਲਾ ਸਾਹ ਪ੍ਰਣਾਲੀ ਹੈ, ਦੂਜਾ ਧੁਨੀ ਪ੍ਰਣਾਲੀ ਹੈ ਤੇ ਤੀਜਾ ਤੁਹਾਡਾ ਕੀ ਹੈਗਾ ਉਚਾਰਨ ਪ੍ਰਣਾਲੀ ਹੈਗਾ। ਇਹਦੇ ਵਿੱਚ ਆਪਾਂ ਨੂੰ ਫੇਫੜੇ ਮੁੱਖ ਰੂਪ 'ਚ ਯਾਦ ਰੱਖਣੇ ਹੈਗੇ ਹੈ, ਠੀਕ ਹੈ ਨਾ। ਪਰ ਧੁਨੀ ਪ੍ਰਣਾਲੀ ਦੇ ਵਿੱਚ ਆਪਾਂ ਨੂੰ ਇਹਦੇ ਵਿੱਚ ਸੁਰ ਤੰਤਰੀਆਂ ਤੇ ਇਹ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ। ਸਾਹ ਪ੍ਰਣਾਲੀ ਦੇ ਵਿੱਚ ਹੀ ਆਪਾਂ ਨੂੰ ਪੌਣ ਧਾਰਾ ਯਾਦ ਰੱਖਣਾ ਹੈਗਾ ਤੇ ਉਚਾਰਨ ਪ੍ਰਣਾਲੀ ਦੇ ਵਿੱਚ ਆਪਾਂ ਨੂੰ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਜਿਹਦੇ ਵਿੱਚ ਆਪਣੇ ਜੀਭ ਹੁੰਦੇ ਹੈ, ਆਪਣੇ ਦੰਦ ਹੈਗੇ ਹੈ, ਆਪਣੇ ਬੁੱਲ ਹੈ, ਆਪਣੇ ਤਾਲੂ ਹੈਗੇ ਹੈ, ਠੀਕ ਹੈ ਨਾ। ਆਹ ਚੀਜ਼ਾਂ ਦੇ ਵਿੱਚ ਆਏਗੀ, ਤਿੰਨ ਚੀਜ਼ਾਂ ਪੜ੍ਹਨੀਆਂ। ਇਹ ਜੋ ਆਪਾਂ ਪੜ੍ਹ ਰਹੇ ਸਾਥੀਓ ਇਹ ਪੜ੍ਹ ਰਹੇ ਹੈਗੀਆਂ ਹੁਣ ਕਿ ਉਚਾਰਨ ਸਥਾਨ ਦੇ ਆਧਾਰ ਤੇ ਵਿਅੰਜਨ ਦਾ ਵਰਗੀਕਰਨ। ਅੱਗੇ ਕੀ ਚੱਲਦੇ ਹਾਂ ਹੁਣ ਗੱਲ ਕਰਦੇ ਹਾਂ ਉਚਾਰਨ ਸਥਾਨ ਦੇ ਆਧਾਰ ਤੇ ਵਿਅੰਜਨ ਦਾ ਵਰਗੀਕਰਨ ਕਿਹੜਾ ਹੁੰਦਾ ਹੈ ਤੇ ਕਿਵੇਂ ਹੁੰਦਾ ਹੈ। ਓਕੇ, ਹੁਣ ਜਦੋਂ ਉਚਾਰਨ ਸਥਾਨ ਦੇ ਉੱਤੇ ਇਸ ਆਧਾਰ ਤੇ ਕਰਦੇ ਆਪਾਂ ਵਿਅੰਜਨਾਂ ਦਾ ਵਰਗੀਕਰਨ ਤੇ ਉਹਦੇ ਵਿੱਚ ਆਪਾਂ ਨੂੰ ਉਹੀ ਬੇਸਿਕ ਆਪਾਂ ਨੂੰ ਵਰਣਮਾਲਾ ਚਾਹੀਦੀ ਹੁੰਦੀ ਹੈ। ਤਾਂ ਆਪਾਂ ਪਹਿਲਾਂ ਉਹ ਵਰਣਮਾਲਾ ਤੇ ਨਜ਼ਰ ਮਾਰਦੇ ਹਾਂ ਆਪਾਂ, ਠੀਕ ਹੈ ਨਾ। ਪਹਿਲਾਂ ਆਪਣੇ ਕੋਲੇ ਉਹੀ ਆਪਣਾ ਮਨਪਸੰਦਾ ਊੜਾ ਆਉਂਦਾ ਹੈਗਾ, ਫਿਰ ਆਪਣੇ ਕੋਲ ਸਾਥੀਓ ਆੜਾ ਆਉਂਦਾ ਹੈ, ਫਿਰ ਆਪਣੇ ਕੋਲੇ ਈੜੀ ਆਉਂਦੀ ਹੈ, ਫਿਰ ਸੱਸਾ ਆਉਂਦਾ ਹੈ, ਫਿਰ ਹਾਹਾ ਆਉਂਦਾ ਹੈਗਾ, ਫਿਰ ਕੱਕਾ ਆਉਂਦਾ ਹੈ, ਫਿਰ ਖੱਖਾ ਆਉਂਦਾ ਹੈ, ਫਿਰ ਗੱਗਾ ਆਉਂਦਾ ਹੈ, ਫਿਰ ਕੱਗਾ ਆਉਂਦਾ ਹੈ, ਨਿੰਨਾ ਆਉਂਦਾ ਹੈ, ਫਿਰ ਚੱਚਾ ਆਉਂਦਾ ਹੈ, ਫਿਰ ਛੱਛਾ ਆਉਂਦਾ ਹੈ, ਜੱਜਾ ਚੱਜਾ ਨਹੀਂ ਆਉਂਦਾ ਹੈ, ਟੈਂਕਾ ਆਉਂਦਾ ਹੈ, ਠੱਠਾ ਆਉਂਦਾ ਹੈ, ਡੱਡਾ ਆਉਂਦਾ ਹੈ, ਢੱਡਾ ਆਉਂਦਾ ਹੈ ਤੇ ਅਣਾ ਆਉਂਦਾ ਹੈ। ਤੱਤਾ ਆਉਂਦਾ ਹੈ, ਤੱਤਾ ਦੱਦਾ ਤੱਦਾ ਨੰਨਾ ਆਉਂਦਾ ਹੈ। ਪੱਪਾ ਆਉਂਦਾ ਹੈ ਸਾਥੀਓ, ਫੱਫਾ ਆਉਂਦਾ ਹੈ, ਬੱਬਾ ਆਉਂਦਾ ਹੈ, ਪੱਬਾ ਆਉਂਦਾ ਹੈ, ਬੰਮਾ ਆਉਂਦਾ ਹੈ। ਯਈਆ ਆਉਂਦਾ ਹੈ, ਰਾਰਾ ਆਉਂਦਾ ਹੈ, ਲੱਲਾ ਆਉਂਦਾ ਹੈ, ਵਾਵਾ ਆਉਂਦਾ ਹੈ, ਡਾੜਾ ਆਉਂਦਾ ਹੈ। ਠੀਕ ਹੈ, ਉਸ ਤੋਂ ਬਾਅਦ ਇਹ ਆਪਣੇ ਕੋਲੇ ਮੂਲ ਆਪਣੇ ਕੋਲੇ ਜਿਹੜੇ 35 ਆ ਜਾਂਦੇ ਹੈ। ਫਿਰ ਆ ਜਾਂਦੇ ਆ ਪੈਰੀ ਬਿੰਦੀ ਵਾਲੇ ਆ ਜਾਂਦੇ ਹੈ, ਸੱਸੇ ਪੈਰ ਬਿੰਦੀ ਆ ਜਾਂਦਾ ਹੈ, ਖੱਖੇ ਪੈਰ ਬਿੰਦੀ ਆ ਜਾਂਦਾ ਹੈ, ਗੱਗੇ ਪੈਰ ਬਿੰਦੀ ਆ ਜਾਂਦਾ ਹੈ, ਜੱਜੇ ਪੈਰ ਬਿੰਦੀ ਆ ਜਾਂਦਾ ਹੈ, ਫੱਫੇ ਪੈਰ ਬਿੰਦੀ ਆ ਜਾਂਦਾ ਹੈ ਤੇ ਅੰਤਮ 41ਵਾਂ ਆ ਜਾਂਦਾ ਹੈ ਲੱਲੇ ਪੈਰ ਬਿੰਦੀ।
ਆਪਾਂ ਕਰ ਰਹੇ ਹਾਂ ਵਿਅੰਜਨਾਂ ਦਾ ਉਚਾਰਨ ਸਥਾਨ ਦੇ ਆਧਾਰ ਤੇ ਵਰਗੀਕਰਨ। ਠੀਕ ਹੈ, महत्वपूर्ण चीज है, ध्यान नाल प्यार नाल समझो, पढ़ो, टेंशन नहीं लेनी। टेंशन जो आप पंजाबी में टेंशन लवांगे तो फिर बाकियों का की होगा, बाकी सबजैक्ट है कि थोड़े उन्होंने खातर टेंशन जी लेनी दो, इनू मस्त होके पढ़ो पंजाबी। ये पहला साथियों आप तीन चीज़ां बाहर कढ़ देनी है। क्यों कढ़ देने? हाँ, क्योंकि ये स्वर है, इन्होंने स्वरां नूं आपां पिछे पढ़ चुके हैं, अपने मूल स्वरां दा वर्गीकरण। इहदे खातर मैं आ तीन चीज़ां इत्थों हटा देना है। ओके, अज व्यंजनां दे वर्गीकरण मेरे वो सारे प्यारे साथियों नूं भी आऊगा जिहड़े नूं अज तो पहला पता नहीं होगा भी आ पंजाबी दे विच भी ये चीज़ हुंदी है। आए नूं साथियों ਇਹਦਾ ਜਿਹੜਾ वर्गीकरण है ਇਹਨੂੰ ਕਿਹਾ ਜਾਂਦਾ है। अच्छा, हिंदी ते पंजाबी ਦਾ लगभग वही वर्गीकरण है, लेकिन ਇਹਦੇ ਵਿੱਚ थोड़ा ਜਿਹਾ अंतर है कि थोड़े ਜਿਹੇ शब्दों के ਜਿਹੜੇ नाम है ਉਹਨਾਂ ਦਾ अंतर है। सिर्फ भी ਉਹਨਾਂ ਦੇ शब्दों ਦੇ ਵਿੱਚ ਉਹਨਾਂ 'ਚ थोड़ा कुछ अलग उच्चारण ਹੁੰਦਾ है और शब्दां ਤੇ ਇਹ 'ਚ कुछ अलग ਵੱਖਰਾ ਕਿਹਾ ਜਾਂਦਾ है, क्योंकि वो पंजाबी पुठ आई थी। ਇਹਨੂੰ हिंदी च साथियों कंठे किया जाता है, ਇਹਨੂੰ ਕਿਹਾ ਜਾਂਦਾ है, कैमरा कवर करूँगा कि ਇੱਥੇ ਲੱਗਣਾ, चलो कंठी, ਇਹਨੂੰ ਕਿਹਾ ਜਾਂਦਾ कंठी व्यंजन। ਇਹਨਾਂ ਦਾ ਉਚਾਰਨ ਕਿੱਥੋਂ ਹੁੰਦਾ है? कंठ ਤੋਂ ਹੁੰਦਾ है, कंठ ਤੋਂ, ਐਸ ਗਲ ਤੋਂ, ठीक है ना, कंठ, कंठ तो उच्चारण होता है। ये खातर कई जड़े कंठ तो गड़ा तो बड़े गाने होते हैं वो क्लियर कंठ बन जाते हैं। कक्का कक्का गग्गा कग्गा या तेरे विच हुण एक चीज ध्यान रखना है कि आ जिहड़ा चौथा अक्षर है, ठीक है ना, ये चौथा अक्षर कई बारी वर्गीकरण दे विच नहीं दिता हुंदा है। क्यों नहीं दिता हुंदा है? क्योंकि ना ਇਹਨੂੰ ਕਹਿੰਦੇ ਕਿ ਇਹ ਕੀ परंपरागत रूप ਦੇ ਵਿੱਚ ਇੱਕ ਵਰਣਮਾਲਾ ਦੀ ਪ੍ਰਤੀਨਿਧਤਾ ਕਰ ਰਿਹਾ ਹੈ, लेकिन ਇਹਨੂੰ ਕਈ ਵਾਰੀ वर्गीकरण ਵਿੱਚ ਸ਼ਾਮਿਲ ਨਹੀਂ ਕਰਦੇ ਕਿ ਚੌਥੇ ਅਕਸਰ ਨੂੰ, ठीक है ना। लेकिन ਆਪਾਂ ਜੇ ਇਹਨੂੰ ਯਾਦ ਕਰਨਾ ਤਾਂ ਆਪਾਂ ਕ੍ਰਮ ਦੇ ਵਿੱਚ ਸਾਰੇ ਰੱਖਣਾ ਹੈ, ठीक है ना, ਜੇ ਅਗਲੇ ਨੇ ਦੇ ਦਿੱਤਾ ਤਾਂ। ਉਸ ਤੋਂ ਬਾਅਦ ਦੂਜੀ ਜਿਹੜੀ ਲਾਈਨ ਹੈ ਇਹਦਾ ਉਚਾਰਨ ਸਾਥੀਓ ਉਹਨੂੰ ਹਿੰਦੀ ਵਾਲੇ ਕਹਿ ਦਿੰਦੇ ਆ ਤਲਵੇ ਹੈ ਤੇ ਆਪਾਂ ਇਹਨੂੰ ਕਹਿ ਦਿੰਦੇ ਆ ਤਾਲੂ। की कह दिता जाता है? तालू। भी इन्हां दा जिहड़ा वर्गीकरण है वो दंदां दे जिहड़ा पिछला हिस्सा है उत्थों हुंदा है तालू तो, ते जदों आपां बोलदे हैं चै छै जै, ये उत्थों हुंदा है। सारी दी सारी लाइन याद रखनी आपां। ਇਹਦੇ ਵਿੱਚ ਜਦੋਂ वर्गीकरण करते हुए आ एक अलग गल याद रख लियो कि भी जिहड़ी आ जिहड़े हैगे व्यंजन ਇਹ नासिक हैगे, ठीक है ना, 1 2 3 4 ते आ 5, ये वखरा याद रखिए। उस तो बाद आती है गल टैंके वाली। टैंके नूं साथियों हिंदी वाले कह दिंदे गए मुर्दे। आपां याद रखना है कि जो भी टैंके की लैन बोलनी दी है तो टै बोलने तो पहले जिसको रोक के देख लो, टै ठै डै, अपनी जीभ की हो जाती है एक उल्टी आकृति हो जाती है, मतलब इस तरीके नाल मुड़ती है। इनू इहदे खातर कह दिता जाता है उल्ट जीभी। की कह दिता जाता है? उल्ट जीभी, ठीक है। उस तो बाद गल आउंदी उल्ट जीभी, समझ गए हो भी जिन्हां नूं उल्टी जीभ नाल उच्चारण किया जाता है उल्ट जीभी, हिंदी वाले मुर्दे। अगे गल आउंदी है तै थै दै तै, तुसी उच्चारण करके देखोगे थोड़ी जिहड़ी जीभ हैगी है वो दंदां नाल लगदी हैगी है, तो इहदे खातर इहनूं साथियों कह दिता जाता है दंती। की कह दिता जाता है? दंती। भी ये जीभ काहदे नाल लगी? दंदां दे नाल लगी। पप्पा फुफ्फा बब्बा बब्बा मम्मा, इहनूं क्या जाता है साथियों? होठी, ठीक है ना। की कह दिता है? होठी।
हिंदी वाले शायद मोस्ट है कहते होंगे, ठीक है ना। इन्हां दा उच्चारण की नाल हुंदा है, बुल्ला नाल हुंदा है, ते लेकिन ये तुरिया आ गया कि होठ तो हुंदा है ते होठी शब्द है, ठीक है ना। कि तुसी बुल्ला तो लैके बुल्ली बना दियो, नहीं बुल्ली नहीं गा, ये होठी रखना है। एस वर्गी आ जड़ियां अंतम जड़ियां लैणा हैगियां, इन्हां नूं आपां अलग कर लैणे हैगे आ। ये आलो इन्हां नूं अलग करना। हुण साथियों गल आउंदी है इदूं आ जिहड़े मैं छड्डते इन्हां दी ते आ जिहड़े कुत्ते पे इन्हां दी भी, इन्हां दा जिहड़ा वर्गीकरण है व्यंजनां दे विच, इन्हां दा जिहड़ा उच्चारण स्थान है वो किहड़ा है। तां इहदे विच साथियों आपां तकदे आ पहला सै, सस्से पैर बिंदी नहीं कल्ला ये साथियों आ जाता है एस वर्गीकरण कहंदा बाकी दे विच दंती दे विच है जिहड़ा हैगा साथियों ये कल्ला वखरा ही विचारा, ये हैगा सुर यंत्री। इनका आगे याद रखना है, ठीक है। हुण ये कहेंगे यया, यया जिहड़ा आउंदा है साथियों वो आउंदा है एदे विच, किहदे विच, तालू दे विच। ओके, रारा, रारा जिहड़ा आउंदा है साथियों वो आउंदा है दंती दे विच। ओके, लल्ला, लै ए किहदे च आउंदा है साथियों, किधर गए लल्ला कितने से मैं, हाँ आ जिहड़ा साथी हुंदा है ये हुंदा है दंती च। ओके, वव्वा, वव्वा जिहड़ा हुंदा है साथियों वो हुंदा है होठी दे विच। ओके, राड़ा, राड़ा जिहड़ा हुंदा है साथियों ये हुंदा है उल्ट जीभी दे विच। अड़ै, अड़ै दा जिहड़ा उच्चारण हुंदा है, अड़ै जिहनूं आपां पिछे पढ़े जी फड़कवां, ठीक है ना। आ गए जी पैरी बिंदी वाले सारे। सस्से दा पैरी बिंदी जिहड़ा है वो हुंदा साथियों इहदे विच, ठीक है। आ लो जी इहदे च आ गया। खखे दा जिहड़ा पैरी बिंदी है, खखे वाला पैरी बिंदी किथे है, खै दे विच है। आ हुंदा साथियों खै दे विच, ठीक जी। गग्गा दा जिहड़ा पैरी बिंदी है साथियों वो गग्गे वाला किथे है, लैन तुसी देखो आ रही ये गग्गे वाला आपदी लैन च ही आ जांदा है। आलू कहना मतलब कंठी दे विच, क्लियर गल। जज्जा पैरी बिंदी, जज्जा पैरी बिंदी, जज्जा आ रहा ते जज्जा इहदे विच ही आ जाऊगा, आ गया जी जज्जा पैरी बिंदी हो गया। फफा पैरी बिंदी, फफा साथियों आ रहा, फफे दे पैर बिंदी ला के फफा पैरी बिंदी बनया है तां फफा फफे दे विच आ जाऊगा, ए आलू आ गया। लल्ला पैरी बिंदी, लल्ला पैरी बिंदी आ जांदा है साथियों उल्ट जीभी दे विच ते आलू आपां लेकां लल्ला ते आले ला दी पैरी ते बिंदी, ठीक है ना। पैरां च पादियां झांजरा आपां आलू। ओके, आ हो गए अपने पूरे। हुण आपां इहनूं दिंदे आ इथों मिटा, इहनूं आपां ले लिया, इहनूं दिंदे आ आपां मिटा, ठीक है। हुण आपां साथियों इन्हां दी एक बारी कर लेने आ गिणती। 1 2 3 1 2 3 4 5 6 ते 7 आ हो गए साथियों 7। 1 2 3 4 5 6 7 ते 8 आ हो गए साथियों 8 धुनियां अपने कोले जड़ियां तालू तो उच्चारण कर रहे हैं आपां। उल्टी जीभी वाली हो गई अपने कोले 1 2 3 4 5 6 7 आ लो जी आ हो गई 7। कितनी हो गई अपने कोले उल्टी जीभी 7। दंती दे विच तुसी देखोगे दंती है 1 2 3 4 5 6 7 8 आ हो गई जी धुनियां अपने कोले दंती 8।
ਹੋਠੀ ਆਪਣੇ ਕੋਲ 1 2 3 4 5 6 7 ਆ ਲੋ ਜੀ ਹੋ ਗਈਆਂ 7 ਤੇ ਇੱਕ ਹੋ ਗਈ ਆਪਣੇ ਕੋਲੇ ਸੁਰਯੰਤ। ਓਕੇ ਹੁਣ ਆਪਾਂ ਇਹਦੀ ਗਿਣਤੀ ਕਰ ਲੈਣੇ ਆ 7 ਤੇ 8 ਹੁੰਦੇ ਆ 15 15 ਤੇ 7 ਹੁੰਦੇ ਆ 22 ਬੜਾ ਮੇਰੇ ਗਣਿਤ ਕਮਜ਼ੋਰ ਹੈ ਧਿਆਨ ਨਾਲ ਦੇਖਿਓ 7 ਤੇ 8 15 15 ਤੇ 7 22 22 ਤੇ 8 ਕਿੰਨੇ ਹੋ ਗਏ ਸਾਥੀਓ 22 ਤੇ 8 ਹੋ ਗਏ 30 30 ਤੇ 7 ਹੋ ਗਏ 37 37 ਤੇ 1 ਹੋ ਗਏ 38 ਧੁਨੀਆਂ ਆਪਾਂ ਨੂੰ ਮਿਲ ਗਈਆਂ ਹੈਗੀਆਂ ਕਿੰਨੀਆਂ ਧੁਨੀਆਂ 38 ਧੁਨੀਆਂ। ਹੁਣ ਤੁਸੀਂ ਕਹੋਗੇ ਵੀ ਸਰ ਰਾਇ ਤਾਂ 38 ਹੋਈਆਂ ਲੇਕਿਨ ਧੁਨੀਆਂ ਟੋਟਲ ਕਿੰਨੀਆਂ ਹੋਣੀਆਂ 41 ਤਾਂ 3 ਕਿਵੇਂ ਘਟ ਗਈਆਂ ਤੁਹਾਡੀਆਂ ਤਾਂ 3 ਤੁਸੀਂ ਯਾਦ ਕਰੋ ਆਪਾਂ ਸਟਾਰਟਿੰਗ ਜਦੋਂ ਲਿਖੀ ਵਰਣਮਾਲਾ ਦੇ 3 ਪਹਿਲਾਂ ਮਿਟਾਤੇ ਸੀਗੇ ਕਿਹੜੇ ਮਿਟਾਤੇ ਸੀਗੇ ਆਪਾਂ ਸਵਰ ਊੜਾ ਆੜਾ ਤੇ ਈੜੀ ਜਿਹੜੇ ਮੂਲ ਸਵਰ ਹੈ ਉਹ 3 ਕੀ ਕਰਤੇ ਸੀ ਮਿਟਾਤੇ ਸੀਗੇ ਤਾਂ ਉਹ ਜਿਹੜੇ 3 ਧੁਨੀਆਂ ਜੀ ਉਹਨਾਂ ਨੂੰ ਆਪਾਂ ਮਿਲਾ ਲਈਏ ਤੇ ਆਪਣੇ ਟੋਟਲ ਧੁਨੀਆਂ ਆਪਣੇ ਕੋਲ ਕਿੰਨੀਆਂ ਹੋ ਜਾਣੀਆਂ 41 ਧੁਨੀਆਂ ਹੋ ਜਾਣੀਆਂ। ਇਹ ਹੈਗਾ ਸਾਥੀਓ ਉਚਾਰਨ ਸਥਾਨ ਦੇ ਆਧਾਰ ਤੇ ਵਿਅੰਜਨਾਂ ਦਾ ਵਰਗੀਕਰਨ ਵੀ ਕੰਠੀ ਕਿਹੜੇ ਹੈਗੇ ਐ ਤਾਲੂ ਕਿਹੜੇ ਹੈਗੇ ਐ ਉਲਟ ਜੀਬੀ ਕਿਹੜੇ ਹੈਗੇ ਐ ਦੰਤੀ ਕਿਹੜੇ ਹੈਗੇ ਐ ਤੇ ਹੋਠੀ ਕਿਹੜੇ ਹੈਗੇ ਐ ਆ ਉਹਨਾਂ ਦੇ ਜਿਹੜੇ ਨਾਲ ਜਿਹੜੇ ਹੈਗੇ ਇਹਨਾਂ ਦੇ ਨਾਲ ਹੀ ਹੈਗੇ ਸਾਰੇ ਜਿਹੜੇ ਆ ਪਿੱਛੇ ਜਿਹੜੇ ਪੈਰੀ ਬਿੰਦੀ ਆ ਜਾਂ ਦੂਜੇ ਅੱਖਰ ਹੈਗੇ ਇਹਨਾਂ ਨੂੰ ਵੀ ਯਾਦ ਰੱਖਣਾ। ਹੁਣ ਇੱਥੇ ਇੱਕ ਚੀਜ਼ ਮੈਂ ਹੋਰ ਬਿਲਕੁਲ ਸਪਸ਼ਟ ਕਰ ਦਿੰਦਾ ਹੈਗਾ ਤੁਸੀਂ ਕੁਝ ਕਿਤਾਬਾਂ ਇਹ ਜਿਹੀਆਂ ਦੇਖੋਗੇ ਜਿਹਦੇ ਵਿੱਚ ਜਿਹੜਾ ਮੈਂ ਸੱਸਾ ਇੱਥੇ ਲਿਖਿਆ ਦੰਤੀ ਦੇ ਵਿੱਚ ਸੈ ਠੀਕ ਹੈ ਨਾ ਸੈ ਤੇ ਤੈ ਥੋੜਾ ਜਿਹਾ ਅੰਤਰ ਹੈ। ਅੰਤਰ ਕਹਿਣ ਦਾ ਮਤਲਬ ਹੈ ਕਿ ਦੰਦਾਂ ਤੋਂ ਥੋੜਾ ਜਿਹਾ ਪਿਛਲਾ ਹਿੱਸੇ ਤੋਂ ਬੋਲਿਆ ਜਾਂਦਾ ਇਹਦੇ ਖਾਤਰ ਸੈ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਭਈਆ ਜਿਹੜਾ ਸੈ ਹੈ ਨਾ ਤੇ ਲੈ ਸੈ ਤੇ ਲੈ ਇਹ ਦੋਨੇ ਹੀ ਸਖਤ ਤਾਲੂ ਤੋਂ ਬੋਲੇ ਜਾਂਦੇ ਹੈਗੇ ਕਿਸ ਤੋਂ ਸਖਤ ਤਾਲੂ ਤੋਂ ਲੇਕਿਨ ਇਹਨਾਂ ਦਾ ਵਰਗੀਕਰਨ ਦੰਤੀ 'ਚ ਰੱਖ ਲਿੱਤਾ ਜਾਂਦਾ ਹੈ ਕਿ ਤੁਸੀਂ ਯਾਦ ਰੱਖਣਾ ਚਾਹੋ ਤਾਂ ਰੱਖ ਸਕਦੇ ਹੋ ਕਿ ਇਹ ਸਖਤ ਤਾਲੂ ਤੋਂ ਵੀ ਹੁੰਦੇ ਹੈਗੇ। ਲੇਕਿਨ ਜੇ ਤੁਸੀਂ ਇੱਧਰ ਕੋਈ ਕਿਤਾਬ ਹੋਰ ਦੇਖਦੇ ਹੋ ਤਾਂ ਸਾਨੂੰ ਕਈ ਕਿਤਾਬਾਂ ਦੇ ਵਿੱਚ ਆ ਸੱਸਾ ਜਿਹੜਾ ਹੈਗਾ ਆ ਤੁਹਾਨੂੰ ਉਲਟ ਜੀਬੀ 'ਚ ਵੀ ਮਿਲ ਜੂਗਾ ਇੱਥੋਂ ਦੀਆਂ ਕਿਤਾਬਾਂ ਦੇ ਵਿੱਚ ਰਾਜਸਥਾਨੀ ਆਪਣੀ ਜਿਹੜੀ ਕਿਤਾਬਾਂ ਹੈਗੀਆਂ ਠੀਕ ਹੈ। ਲੇਕਿਨ ਜਿਹੜਾ ਵਰਗੀਕਰਨ ਹੈਗਾ ਠੀਕ ਹੈ ਮੈਨੂੰ ਨਹੀਂ ਲੱਗਦਾ ਕਿ ਸੱਸੇ ਦਾ ਜਿਹੜਾ ਉਚਾਰਨ ਹੈਗਾ ਉਹ ਉਲਟ ਜੀਬੀ ਤੋਂ ਹੁੰਦਾ ਹੋਵੇ ਠੀਕ ਹੈ ਨਾ। ਉਲਟ ਜੀਬੀ ਦਾ ਮਤਲਬ ਜੀਭ ਪੁੱਠੀ ਕਰਕੇ ਸੈ ਬੋਲਦੇ ਹੈਗੇ ਸੈ ਲੈ ਤੇ ਰੈ ਇਹਨਾਂ ਦਾ ਉਚਾਰਨ ਲਗਭਗ ਦੰਦਾਂ ਦੇ ਪਿਛਲੇ ਹਿੱਸੇ ਤੋਂ ਹੀ ਹੁੰਦਾ ਹੈਗਾ ਤੇ ਇਹਨਾਂ ਦੰਤੀਆਂ 'ਚ ਹੀ ਕਾਊਂਟ ਕਰ ਲਿੱਤਾ ਜਾਂਦਾ ਸਖਤ ਤਾਲੂ ਦੇ ਵਿੱਚੋਂ। ਇਹ ਜਿਹੜਾ ਵਰਗੀਕਰਨ ਹੈ ਸਾਥੀਓ ਇਹ ਪੰਜਾਬੀ ਭਾਸ਼ਾ ਵਿਭਾਗ ਪਟਿਆਲਾ ਦਾ ਹੈਗਾ ਠੀਕ ਹੈ ਨਾ ਤੇ ਉਹਨਾਂ ਦਾ ਜਿਹੜਾ ਪ੍ਰਮਾਣਿਕ ਵਰਗੀਕਰਨ ਹੈ ਉਹ ਇਹ ਕੀਤਾ ਗਿਆ ਹੈਗਾ। ਓਕੇ ਆਪਾਂ ਇੰਨਾ ਹੋਇਆ ਹੁਣ ਇਸ ਤੋਂ ਕੱਲ ਅਗਲੀ ਕਲਾਸ ਆਪਾਂ ਇਹਦਾ ਅਗਲਾ ਭਾਗ ਕਰਾਂਗੇ ਠੀਕ ਹੈ ਨਾ। ਹੁਣੇ ਤੱਕ ਤੁਸੀਂ ਹੱਸਦੇ ਵਸਦੇ ਰਹੋ ਖੁਸ਼ ਰਹੋ। ਜੈ ਹਿੰਦ ਜੈ ਭਾਰਤ।